ਮੋਰਚਾ ਲਾਉਣ ਦਾ ਮਕਸਦ ਇਹ ਸੀਗਾ ਕਿ ਜਿੰਨਾ ਚਿਰ ਮੋਰਚਾ ਨਹੀਂ ਸੀਗਾ, ਇੱਕ ਸਰਕਾਰਾਂ ਆਪਦੀਆਂ ਅੱਖਾਂ ਬੰਦ ਕਰਕੇ ਬੈਠੀਆਂ ਹੋਈਆਂ ਸੀ। ਜੁਡੀਸ਼ਰੀ ਸਿਸਟਮ ਚੁੱਪ ਕਰਕੇ ਬੈਠਾ ਹੋਇਆ ਸੀ। ਬਕਾਇਦਾ ਅਸੀਂ ਉਸ ਦਾ ਜੁਡੀਸ਼ਰੀ ਸਿਸਟਮ ਦਾ ਪਾਰਟ ਹਾਂ, ਪਰ ਫਿਰ ਵੀ ਜਦੋਂ ਅਸੀਂ ਇਹ ਗੱਲਾਂ ਸੁਣਦੇ ਹੁੰਦੇ ਸੀ ਕਿ ਜਥੇਦਾਰ ਸਾਹਿਬ ਦੀ ਫਾਈਲ ਗੁਆਚ ਗਈ ਔਰ ਸਾਨੂੰ ਫਾਈਲ ਮਿਲ ਨਹੀਂ ਰਹੀ, ਜਾਂ ਉਹਨਾਂ ਦੇ ਹਜੇ ਟ੍ਰਾਇਲ ਸ਼ੁਰੂ ਨਹੀਂ ਹੋ ਸਕਦੇ, ਜਾਂ ਡੇਟ ਪਾਤੀ, ਜਾਂ ਕੋਈ ਵੀ ਰੀਜ਼ਨ ਸੋ ਐਂਡ ਸੋ ਕੋਈ ਵੀ ਰੀਜ਼ਨ ਉਹਨਾਂ ਨੇ ਪਾ ਦਿਆ ਕਰਨਾ ਉਸ ਡੇਟ ਤੋਂ ਪਹਿਲਾਂ। ਸੋ ਜਦੋਂ ਦਾ ਮੋਰਚਾ ਲੱਗਾ, ਮੋਰਚੇ ਤੋਂ ਬਾਅਦ ਤੁਸੀਂ ਇਹ ਤਰੱਕੀਆਂ ਦੇਖੋ ਕਿ ਉਹਨਾਂ ਦੇ ਟ੍ਰਾਇਲ ਸਾਰੇ ਸ਼ੁਰੂ ਹੋ ਗਏ ਨੇ। ਸੋ ਇਹਨਾਂ ਦਾ ਹੁਣ ਚੰਡੀਗੜ੍ਹ 'ਚ ਰਹਿ ਗਿਆ, ਉਹ ਕਲੀਅਰ ਹੋ ਕੇ ਸ਼ਾਇਦ ਭਾਈ ਆਪਣੇ ਸ਼ਮਸ਼ੇਰ ਸਿੰਘ ਜੀ, ਭਾਈ ਗੁਰਮੀਤ ਸਿੰਘ ਜੀ ਤੇ ਲਖਵਿੰਦਰ ਸਿੰਘ ਜੀ ਜਲਦ ਹੀ ਪੱਕੀ ਰਿਹਾਈ ਤੇ ਬਾਹਰ ਆ ਜਾਣਗੇ। ਕੋਈ ਡਰ ਉਹਨਾਂ ਦੇ ਦਿਮਾਗ 'ਚ ਇਸ ਕਰਕੇ ਨਹੀਂ ਕਿ 295 'ਚ ਸਜ਼ਾ ਸਾਰੀ 2 ਸਾਲ ਦੀ ਹੈ, ਉਹ 2 ਤੋਂ 3 ਸਾਲ ਦੀ ਹੁੰਦੀ ਹੈ। ਉਹ ਅਜੇ ਬੇਲ ਜਿਹੜਾ ਕੰਪਲੇਨਰ ਹੁੰਦਾ ਉਹ ਘਰੇ ਨਹੀਂ ਪਹੁੰਚਦਾ, ਔਰ ਜਿਹੜਾ ਦੋਸ਼ੀ ਹੁੰਦਾ ਉਸ ਤੋਂ ਪਹਿਲਾਂ ਘਰੇ ਪਹੁੰਚ ਜਾਂਦਾ। ਸਾਡੇ ਸਾਹਮਣੇ ਇਹ ਗੱਲ ਆਈ ਜਦੋਂ ਹਾਈ ਕੋਰਟ ਨੇ ਇਹ ਆਰਡਰ ਸਖਤੀ ਨਾਲ ਆਰਡਰ ਕਰ ਦਿੱਤੇ ਗਏ ਕਿ ਤੁਸੀਂ ਜਾਂ ਤਾਂ ਰਾਹ ਖਿਲਾ ਦਿੱਤਾ ਜਾਵੇ, ਨਹੀਂ ਤਾਂ ਇਹ ਮੋਰਚਾ ਚੁਕਾ ਦਿੱਤਾ ਜਾਊਗਾ। ਪਰ ਜੱਜ ਸਾਹਿਬ ਇੱਥੋਂ ਤੱਕ ਅੜੇ ਪਏ ਸੀ ਕਿ ਮੈਨੂੰ ਰਾਹ ਖੁੱਲ੍ਹਣਾ ਚਾਹੀਦਾ। ਸੋ ਇਸ ਕਰਕੇ ਪ੍ਰਸ਼ਾਸਨ ਨਾਲ ਇਹ ਗੱਲ ਹੋਈ ਕਿ ਇੱਕ ਰਾਹ ਖੋਲ੍ਹ ਦਿੱਤਾ ਜਾਊਗਾ ਔਰ ਉਹਦੇ ਨਾਲ ਤੁਸੀਂ ਇਹਦੇ ਵਿੱਚ ਆਵਾਜਾਈ ਜਿਹੜੀ ਚੱਲ ਪਊਗੀ। ਇਨ ਕੇਸ ਜੇ ਅਸੀਂ ਵੀ ਅੜ ਜਾਂਦੇ ਕਿ ਰਸਤਾ ਨਹੀਂ ਖੁੱਲ੍ਹਣ ਦੇਣਾ, ਕਿਤੇ ਨਾ ਕਿਤੇ ਉਹ ਕਲੈਸ਼ ਹੋਣਾ ਸੀਗਾ, ਉਹਨਾਂ ਨੇ ਫੋਰਸ ਸੱਦਣੀ ਸੀਗੀ। ਔਰ ਇਹ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਹਾਈ ਕੋਰਟ ਦੇ ਜੱਜਿਸ ਨੇ ਇਹ ਫੈਸਲਾ ਲੈ ਚੁੱਕੇ ਸੀ, ਜੇ ਇੱਥੋਂ ਦੀ ਜਿਹੜੀ ਫੋਰਸ ਹੈ ਉਹ ਸਟੈਪ ਨਹੀਂ ਲੈਂਦੀ ਤਾਂ ਮੈਂ ਸੈਂਟਰ ਤੋਂ ਕਾਲ ਕਰ ਲਈ। ਸੋ ਅਸੀਂ ਵਾਰ-ਵਾਰ ਇਹ ਚਾਹੁੰਦੇ ਹਾਂ ਕਿ ਜਦੋਂ ਇਹ ਚੇਤਨਾ ਮਾਰਚ ਨਿਕਲੇ, ਉਹ ਲੋਕਾਂ ਦੀਆਂ ਅੱਖਾਂ 'ਚ ਫਿਰ ਜਾਵੇ ਗੱਲ, ਕਿ ਉਹਨਾਂ ਨੂੰ ਯਾਦ ਕਰਾਈਏ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ, ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਹੜੀਆਂ ਹੋਈਆਂ ਸੀਗੀਆਂ, ਜਾਂ ਉਹਨਾਂ ਦੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਹਾਲੇ ਤੱਕ, ਉਹਨਾਂ ਨੂੰ ਸਜ਼ਾਵਾਂ ਮਿਲਣ। ਸਾਡੇ ਬੰਦੀ ਸਿੰਘ ਆ ਜਿਹੜੇ ਉਹ ਬਾਹਰ ਆਉਣ ਤੇ ਅਸੀਂ ਇੱਕ ਥਾਂ ਤੇ ਸਿਰ ਜੋੜ ਕੇ ਇਕੱਠੇ ਹੋਈਏ, ਤਾਂ ਕਿ ਸਰਕਾਰਾਂ ਦੀਆਂ ਅੱਖਾਂ ਖੁੱਲ੍ਹਣ, ਉਹਨਾਂ ਨੂੰ ਦਿਖੇ ਕਿ ਲੋਕਾਂ 'ਚ ਰੋਸ ਹਜੇ ਵੀ ਹੈ ਸਾਡੇ ਵਿਰੁੱਧ, ਤੇ ਅਸੀਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਡਿਮਾਂਡਸ ਇਹਨਾਂ ਨੇ, ਜਾਇਜ਼ ਡਿਮਾਂਡਾਂ ਨੇ, ਉਹ ਪੂਰੀਆਂ ਕੀਤੀਆਂ ਜਾਣ। ਸਮਰੱਥ ਆਵਾਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ। ਪਿਛਲੇ ਦਿਨੀ ਗੱਲ ਕਰ ਲਈਏ ਤਾਂ ਕੌਮੀ ਇਨਸਾਫ ਮੋਰਚਾ ਵੱਲੋਂ ਕਈ ਖਾਲਸਾ ਮਾਰਚ ਜਿਹੜੇ ਕੱਢੇ ਗਏ, ਜਿਨ੍ਹਾਂ ਵਿੱਚ ਹੁਮ-ਹੁਮਾ ਕੇ ਸੰਗਤਾਂ ਪਹੁੰਚੀਆਂ, ਟਰੈਕਟਰ ਟਰਾਲੀਆਂ ਲੈ ਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਏਕੇ ਦਾ ਹੁੰਗਾਰਾ ਦਿੱਤਾ। ਤੇ ਹੁਣ ਇਸ ਵਾਰ ਫਿਰ ਜਿਹੜਾ ਹੈ ਕੌਮੀ ਇਨਸਾਫ ਮੋਰਚੇ ਵੱਲੋਂ ਐਲਾਨ ਕਰ ਦਿੱਤਾ ਗਿਆ ਖਾਲਸਾ ਚੇਤਨਾ ਮਾਰਚ ਨਿਕਲੇਗਾ। ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਵੱਖੋ ਵੱਖਰੀ ਥਾਵਾਂ ਤੋਂ ਹੁੰਦਾ ਹੋਇਆ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇਗਾ। ਕੀ ਰਹੇਗੀ ਬੇਅੰਤਬੰਦੀ, ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਮੌਜੂਦ ਨੇ। ਧਾਲੀਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਦੱਸਿਓ ਕਿ ਇਹ ਜਿਹੜਾ ਖਾਲਸਾ ਚੇਤਨਾ ਮਾਰਚ ਨਿਕਲਣ ਜਾ ਰਿਹਾ, ਜਿਸ ਤਰ੍ਹਾਂ ਪਹਿਲਾਂ ਮੋਹਾਲੀ ਦੇ ਵਿੱਚ ਵੀ ਨਿਕਲਿਆ, ਕਾਫੀ ਵੱਡੀ ਗਿਣਤੀ 'ਚ ਹੈ, ਤੇ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ, ਕਿੱਥੇ ਕਿੱਥੇ ਪੜਾਅ ਕਰਦਾ ਜਿਹੜਾ ਇੱਥੇ ਕੌਮੀ ਇਨਸਾਫ ਮੋਰਚੇ ਤੱਕ ਪਹੁੰਚੇਗਾ? ਦੇਖੋ, ਆਪਾਂ ਇਹ ਚੀਜ਼ ਦੇਖੀਏ ਕਿ 7 ਜਨਵਰੀ ਤੋਂ ਜਿਹੜਾ ਮੋਰਚਾ ਲੱਗਿਆ, ਉਹਨੂੰ ਦਿਨ ਪਰ ਦਿਨ ਜਿਵੇਂ ਪ੍ਰੋਗਰਾਮ ਉਲੀਕੇ ਜਾਂਦੇ ਆ ਔਰ ਉਹਨਾਂ ਨੂੰ ਕਾਮਯਾਬੀ ਮਿਲਦੀ ਹੋਈ ਜਿਹੜੀ ਪ੍ਰੋਗਰਾਮ ਨੂੰ, ਇਹ ਚੀਜ਼ ਦਾ ਸਬੂਤ ਹੈ ਕਿ ਇਸ ਜਿਹੜਾ ਮੋਰਚਾ ਲੱਗਾ ਹੋਇਆ ਇਹਦੇ ਨਾਲ ਲੋਕਾਂ ਦੀ ਹਮਦਰਦੀ ਔਰ ਸਾਥ ਪੂਰੀ ਤਰ੍ਹਾਂ ਹੈ। ਸੋ ਇਸ ਕਰਕੇ ਜਿਹੜਾ 26 ਤਰੀਕ ਦਾ ਦਿੱਤਾ ਸੀਗਾ ਮਾਰਚ, ਉਹ ਤੁਹਾਡੇ ਸਾਹਮਣੇ ਆ ਕਿ ਐਡਾ ਵੱਡਾ ਇਕੱਠ ਨਾ ਤਾਂ ਇਸ ਮੋਹਾਲੀ ਦੀ ਧਰਤੀ 'ਤੇ ਪਹਿਲਾਂ ਹੋਇਆ ਔਰ ਨਾ ਹੀ ਇਸ ਮਹਾਰਾਜ ਕਰੇ ਕਿ ਇੱਥੇ ਮੇਰੇ ਸਾਹਮਣੇ ਵੱਧ ਕੇ ਹੋਵੇ, ਪਰ ਜੇ ਇਹੋ ਜਿਹਾ ਨਾ ਹੀ ਕਰਨਾ ਪਵੇ ਕਦੀ। ਸੋ ਇਸ ਕਰਕੇ ਉਸ ਤੋਂ ਬਾਅਦ 15 ਅਗਸਤ ਹੈ। 15 ਅਗਸਤ ਨੂੰ ਵੀ ਜਿੰਨੀ ਉਮੀਦ ਸਾਨੂੰ ਸੀਗੀ, ਸਾਡੀ ਉਮੀਦ ਤੋਂ ਵੀ ਦੁੱਗਣੇ ਲੋਕ ਇੱਥੇ ਪਹੁੰਚ ਚੁੱਕੇ, ਇੰਨੀ ਸੰਗਤ ਇੱਥੇ ਪਹੁੰਚੀ ਸੀਗੀ। ਸੋ ਉਸ ਤੋਂ ਬਾਅਦ ਜਿਹੜੀ ਅਗਲੀ ਇਹ ਸਭ ਜਿਹੜੀ ਸੰਗਤ ਦੀ ਸਾਨੂੰ ਇੱਕ ਬਾਰ-ਬਾਰ ਅਪੀਲ ਆ ਰਹੀ ਸੀਗੀ, ਇੱਕ ਸਾਡੇ ਮਨਾਂ ਦੇ ਵਿੱਚ ਵੀ ਸੀਗਾ ਕਿ ਅਸੀਂ ਇੱਕ ਚੇਤਨਾ ਮਾਰਚ ਲਿਆਈਏ, ਜਿਹਦੇ ਵਿੱਚ ਇਹ ਚੇਤਨਾ ਲੈ ਕੇ ਆਈਏ ਲੋਕਾਂ 'ਚ ਕਿ ਅਸੀਂ ਇੱਥੇ ਬੈਠੇ ਕਿਉਂ ਆ। ਕਿਉਂਕਿ ਇੱਕ ਨਾ ਇਨਸਾਨ ਜਿਹੜੇ ਹੁੰਦਾ ਉਹਦੇ ਦਿਮਾਗ 'ਚ ਜੇ ਆਪਾਂ ਇੱਕ ਚੀਜ਼ ਨੂੰ ਥੋੜ੍ਹੇ ਟਾਈਮ ਤੱਕ ਲੰਮਾ ਲੈ ਕੇ ਚੱਲੀਏ ਤਾਂ ਉਹ ਭੁੱਲਣ ਲੱਗ ਪੈਂਦਾ, ਆਪਦੇ ਕੰਮਾਂ 'ਚ ਲੱਗ ਜਾਂਦਾ। ਸੋ ਅਸੀਂ ਵਾਰ-ਵਾਰ ਇਹ ਚਾਹੁੰਦੇ ਹਾਂ ਕਿ ਜਦੋਂ ਇਹ ਚੇਤਨਾ ਮਾਰਚ ਨਿਕਲੇ, ਉਹ ਲੋਕਾਂ ਦੀਆਂ ਅੱਖਾਂ 'ਚ ਫਿਰ ਜਾਵੇ ਗੱਲ, ਕਿ ਉਹਨਾਂ ਨੂੰ ਯਾਦ ਕਰਾਈਏ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ, ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਹੜੀਆਂ ਹੋਈਆਂ ਸੀਗੀਆਂ, ਜਾਂ ਉਹਨਾਂ ਦੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਹਾਲੇ ਤੱਕ, ਉਹਨਾਂ ਨੂੰ ਸਜ਼ਾਵਾਂ ਮਿਲਣ। ਸਾਡੇ ਬੰਦੀ ਸਿੰਘ ਆ ਜਿਹੜੇ ਉਹ ਬਾਹਰ ਆਉਣ ਤੇ ਅਸੀਂ ਇੱਕ ਥਾਂ ਤੇ ਸਿਰ ਜੋੜ ਕੇ ਇਕੱਠੇ ਹੋਈਏ, ਤਾਂ ਕਿ ਸਰਕਾਰਾਂ ਦੀਆਂ ਅੱਖਾਂ ਖੁੱਲ੍ਹਣ, ਉਹਨਾਂ ਨੂੰ ਦਿਖੇ ਕਿ ਲੋਕਾਂ 'ਚ ਰੋਸ ਹਜੇ ਵੀ ਹੈ ਸਾਡੇ ਵਿਰੁੱਧ,
ਤੇ ਅਸੀਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਡਿਮਾਂਡਸ ਇਹਨਾਂ ਨੇ ਜਾਇਜ਼ ਡਿਮਾਂਡਾਂ ਨੇ ਉਹ ਪੂਰੀਆਂ ਕੀਤੀਆਂ ਜਾਣ। ਇਸ ਕਰਕੇ ਅਸੀਂ ਇਹ ਜਿਹੜਾ ਮਾਰਚ ਹੈ ਇਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਕੌਮੀ ਇਨਸਾਨ ਮੋਰਚੇ ਵਿੱਚ ਪਹੁੰਚੇਗਾ। ਸਵੇਰੇ 8 ਵਜੇ ਦੀ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਸ਼੍ਰੀ ਅਨੰਦਪੁਰ ਸਾਹਿਬ ਤੁਸੀਂ ਪਹੁੰਚੋ ਅਤੇ ਉੱਥੋਂ ਰੋਪੜ ਤੱਕ ਹਾਈਵੇ ਤੱਕ ਹੀ ਰਹੇਗਾ। ਔਰ ਰੋਪੜ ਤੋਂ ਜਦੋਂ ਫਿਰ ਇਹ ਪਿੰਡਾਂ ਵੱਲ ਦੀ ਮਰਿੰਡੇ ਥਾਂਦੀ ਜਾਂ ਬਾਕੀ ਪਿੰਡਾਂ ਥਾਂਦੀ ਹੁੰਦੇ ਹੋਏ ਖਰੜ ਤੋਂ ਥੱਲੇ ਸਾਰਾ ਪੁਲ ਤੋਂ ਥੱਲੇ ਦੀ ਜਾਂਦੇ ਹੋਏ ਸਾਰਾ ਇਹ ਮਾਰਚ 4, 4:30, 5 ਵਜੇ ਤੱਕ ਇਹ ਆਪਣੇ ਕੌਮੀ ਇਨਸਾਨ ਮੋਰਚੇ ਵਿੱਚ ਪਹੁੰਚ ਜਾਏਗਾ। ਜੀ ਭਾਜੀ, ਜੇ ਗੱਲ ਕਰ ਲਈਏ ਮਾਰਚ ਜਿਹੜਾ ਆ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੰਗਤ ਨੂੰ ਇੱਕ ਜਗਾਉਣਾ ਆ, ਸੰਗਤ ਨੂੰ ਸੁਨੇਹਾ ਦੇਣਾ ਭਾਈ ਸਾਡੇ ਕੌਮ ਦੇ ਨਾਲ ਧੱਕਾ ਹੋ ਰਿਹਾ ਹੈ ਨਾ, ਕੀ ਲੱਗਦਾ ਹੈ ਕਿ ਮਾਰਚ ਜਿਹੜਾ ਆ ਕਦੋਂ ਨਿਕਲਣਾ ਚਾਹੀਦਾ? ਕਿਉਂਕਿ ਜੇ ਦੇਖਿਆ ਜਾਵੇ ਜਿਸ ਤਰ੍ਹਾਂ 26 ਜਨਵਰੀ ਨੂੰ ਹੁੰਦਾ ਹੈ, ਬਾਅਦ ਚੋਂ 15 ਅਗਸਤ ਨੂੰ ਹੁੰਦਾ, ਲੱਗਦਾ ਨਹੀਂ ਇੱਕ ਵੱਡਾ ਗੈਪ ਵੀ ਪੈਂਦਾ ਅਜਿਹੇ ਮਾਰਚ ਹਰੇਕ 3 ਮਹੀਨਿਆਂ ਬਾਅਦ ਹੋਣੇ ਚਾਹੀਦੇ, ਚਾਹੇ ਮੋਰਚਾ ਲੱਗਿਆ ਚਾਹੇ ਨਹੀਂ ਲੱਗਿਆ, ਕਿਉਂਕਿ ਇਹ ਤਾਂ ਸੰਗਤ ਨੂੰ ਜਗਾਉਣ ਦਾ ਕੰਮ ਆ। ਨਹੀਂ ਦੇਖੋ, ਅਸੀਂ ਮੰਨਦੇ ਹਾਂ ਕਿ ਜਿਹੜਾ 26 ਤੋਂ ਬਾਅਦ 15 ਅਗਸਤ ਦੇ ਵਿੱਚ ਕਾਫੀ ਗੈਪ ਪੈ ਗਿਆ ਸੀਗਾ। ਉਹਦੇ ਵਿੱਚ ਯਤਨ ਕੀਤੇ, ਜਿਵੇਂ ਸਮਾਗਮ ਸ਼ੁਰੂ ਕੀਤੇ, ਜਿਹੜੇ ਸੰਤ ਸਮਾਜ ਦਾ ਜਿਹੜੇ ਸੀ ਕਿ ਉਹਨਾਂ ਨੂੰ ਅਸੀਂ ਬੁਲਾਇਆ, ਸਮਾਗਮ ਸ਼ੁਰੂ ਕੀਤੇ। ਉਸ ਤੋਂ ਬਾਅਦ ਅਸੀਂ ਪਿੰਡਾਂ 'ਚ ਜਿਵੇਂ ਗਏ, ਜਾ ਕੇ ਪਿੰਡਾਂ ਸਰਪੰਚ ਜਾਂ ਆਪਾਂ ਕਹਿ ਦਈਏ ਕਿ ਛੋਟੀ ਛੋਟੀਆਂ ਜਿਹੜੀਆਂ ਲੋਕ ਸੀਗੇ ਇਕੱਠੇ ਹੁੰਦੇ, ਜਿਵੇਂ ਗੁਰਦੁਆਰਿਆਂ 'ਚ ਹੋਏ ਜਾਂ ਬਾਹਰ ਕਿਤੇ ਥੜੇ 'ਤੇ ਬੈਠੇ, ਉਹਨਾਂ ਨੂੰ ਲੋਕਾਂ ਨੂੰ ਜਾ ਕੇ ਜਾਗਰਤ ਕੀਤਾ। ਸੋ ਉਸ ਤੋਂ ਬਾਅਦ ਅਸੀਂ ਇਹ ਗੱਲ ਨੂੰ ਮੰਨਦੇ, ਮਹਿਸੂਸ ਵੀ ਕੀਤਾ, ਜਥੇਦਾਰ ਸਾਹਿਬ ਨੇ ਵੀ ਇਹ ਗੱਲ ਸਾਨੂੰ ਬਾਰ-ਬਾਰ ਮਹਿਸੂਸ ਕਰਵਾਈ ਕਿ ਤੁਸੀਂ ਟਾਈਮ ਜਿਹੜਾ ਕਾਫੀ ਲੰਮਾ ਪਾਇਆ ਉਹਦੇ ਵਿੱਚ। ਸੋ ਇਸ ਕਰਕੇ ਹੁਣ 15 ਅਗਸਤ ਕੀਤਾ। ਇਸ ਤੋਂ ਬਾਅਦ ਇਹ ਜਿਹੜਾ 27 ਤਰੀਕ ਦਾ ਮਾਰਚ ਹੈ, ਆਉਣ ਵਾਲੇ ਦਿਨਾਂ 'ਚ ਹੋਰ ਵੀ ਅਸੀਂ ਮਾਰਚ ਜਲਦ ਉਲੀਕਾਂਗੇ ਤਾਂ ਕਿ ਲੋਕਾਂ 'ਚ ਔਰ ਵੱਖਰੇ ਥਾਵਾਂ ਤੋਂ, ਜਿਵੇਂ ਸ਼੍ਰੀ ਅਨੰਦਪੁਰ ਸਾਹਿਬ ਆ, ਉਸ ਤੋਂ ਇਲਾਵਾ ਹੋਰ ਵੀ ਕਈ ਸਥਾਨ ਜਿਹੜੇ ਸਾਰੇ ਵੱਲੋਂ ਡਿਸਾਈਡ ਕੀਤਾ ਜਾਊਗਾ। ਔਰ ਕੁਛ ਇਹ ਹੈ ਕਿ ਇੰਟਰ ਸਟੇਟ ਵੱਲੋਂ ਵੀ ਅਸੀਂ ਬੇਨਤੀ ਕਰਾਂਗੇ ਕਿ ਸ਼ਾਇਦ ਉੱਧਰੋਂ ਵੀ ਅਸੀਂ ਮਾਰਚ ਕੱਢਣ ਦੀ ਜਲਦ ਤੋਂ ਜਲਦ ਇਹਦਾ ਬਾਰੇ ਸੋਚਾਂਗੇ। ਸੋ ਇਸ ਕਰਕੇ ਇਹ ਹੁਣ ਜਿਹੜਾ ਤੁਹਾਡਾ ਸਵਾਲ ਸੀ ਕਿ ਜ਼ਿਆਦਾ ਗੈਪ, ਹੁਣ ਅਸੀਂ ਉਹ ਗੈਪ ਨੂੰ ਹੀ ਘਟਾ ਰਹੇ ਹਾਂ ਤਾਂ ਕਿ ਲੋਕਾਂ 'ਚ ਇਹ ਗੱਲ ਦਾ ਰਵੇ ਇੱਕ ਕਿ ਵਾਕਿਆ ਹੀ ਉੱਥੇ ਮੋਰਚਾ ਲੱਗਾ ਹੋਇਆ ਹੈ। ਸੋ ਮੋਰਚਾ ਲੱਗਣ ਦੇ ਨਾਲ ਇਹ ਹੈ ਕਿ ਇੱਕ ਜਿੰਨਾ ਚਿਰ ਮੋਰਚਾ ਲਾਉਣ ਦਾ ਮਕਸਦ ਇਹ ਸੀਗਾ ਕਿ ਜਿੰਨਾ ਚਿਰ ਮੋਰਚਾ ਨਹੀਂ ਸੀਗਾ, ਇੱਕ ਸਰਕਾਰਾਂ ਆਪਦੀਆਂ ਅੱਖਾਂ ਬੰਦ ਕਰਕੇ ਬੈਠੀਆਂ ਹੋਈਆਂ ਸੀ, ਜੁਡੀਸ਼ਰੀ ਸਿਸਟਮ ਚੁੱਪ ਕਰਕੇ ਬੈਠਾ ਹੋਇਆ ਸੀ। ਬਕਾਇਦਾ ਅਸੀਂ ਉਸ ਦਾ ਜੁਡੀਸ਼ਰੀ ਸਿਸਟਮ ਦਾ ਪਾਰਟ ਹਾਂ, ਪਰ ਫਿਰ ਵੀ ਜਦੋਂ ਅਸੀਂ ਇਹ ਗੱਲਾਂ ਸੁਣਦੇ ਹੁੰਦੇ ਸੀ ਕਿ ਜਥੇਦਾਰ ਸਾਹਿਬ ਦੀ ਫਾਈਲ ਗਵਾਚ ਗਈ ਹੈ ਔਰ ਸਾਨੂੰ ਫਾਈਲ ਮਿਲ ਨਹੀਂ ਰਹੀ, ਜਾਂ ਉਹਨਾਂ ਦੇ ਹਜੇ ਟ੍ਰਾਇਲ ਸ਼ੁਰੂ ਨਹੀਂ ਹੋ ਸਕਦੇ, ਜਾਂ ਡੇਟ ਪਾਤੀ, ਜਾਂ ਕੋਈ ਵੀ ਰੀਜ਼ਨ ਸੋ ਐਂਡ ਸੋ ਕੋਈ ਵੀ ਰੀਜ਼ਨ ਉਹਨਾਂ ਨੇ ਪਾ ਦਿਆ ਕਰਨਾ ਉਸ ਡੇਟ ਤੋਂ ਪਹਿਲਾਂ। ਸੋ ਜਦੋਂ ਦਾ ਮਾਰਚ ਇਹ ਮੋਰਚਾ ਲੱਗਾ, ਮੋਰਚੇ ਤੋਂ ਬਾਅਦ ਤੁਸੀਂ ਇਹ ਤਰੱਕੀਆਂ ਦੇਖੋ ਕਿ ਉਹਨਾਂ ਦੇ ਟ੍ਰਾਇਲ ਸਾਰੇ ਸ਼ੁਰੂ ਹੋ ਗਏ ਨੇ। ਕੇਸਿਸ ਵਿਦਿਨ 1 ਮੰਥ ਨੈਕਸਟ ਜਾਂ ਨਵੰਬਰ ਦੀ ਸਟਾਰਟਿੰਗ ਦੇ 2 ਹਫ਼ਤਿਆਂ ਤੱਕ ਇਹ ਸਾਰੇ ਕੇਸਿਸ ਖਤਮ ਹੋ ਜਾਣਗੇ। ਉਹਨਾਂ ਦੀ ਪਰੋਲ ਦੀ ਗੱਲ ਸ਼ੁਰੂ ਹੋ ਸਕਦੀ ਹੈ, ਉੱਥੋਂ ਪਰੋਲ ਮਿਲਣੀ ਸ਼ੁਰੂ ਹੋ ਜੂਗੀ। ਉਸ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ 3 ਬੰਦੀ ਸਿੰਘ ਜਿਹੜੇ ਸੀਗੇ ਉਹ ਰਿਹਾਈ ਵੱਲ ਪੱਕੀ ਜ਼ਮਾਨਤ 'ਤੇ ਆ ਚੁੱਕੇ ਨੇ। ਉਸ ਤੋਂ ਬਾਅਦ ਜਿਹੜੇ ਕੱਲ੍ਹ ਸਾਨੂੰ ਇਹ ਵੀ ਮਿਲ ਚੁੱਕਿਆ ਕਿ ਉਹਨਾਂ ਦੀ ਪ੍ਰੀ ਮੈਚੋਰ ਰਿਲੀਜ਼ ਹੈ ਜਿਹੜੀ, ਉਹ ਵੀ ਉਹਨਾਂ ਦੀ ਸੈਂਕਸ਼ਨ ਹੋ ਗਈ ਹੈ, ਉੱਥੋਂ ਕਲੀਅਰੈਂਸ ਹੋ ਗਈ ਹੈ ਥੱਲੋਂ। ਸੋ ਇਹਨਾਂ ਦਾ ਹੁਣ ਚੰਡੀਗੜ੍ਹ 'ਚ ਰਹਿ ਗਿਆ, ਉਹ ਕਲੀਅਰ ਹੋ ਕੇ ਸ਼ਾਇਦ ਭਾਈ ਆਪਣੇ ਸ਼ਮਸ਼ੇਰ ਸਿੰਘ ਜੀ, ਭਾਈ ਗੁਰਮੀਤ ਸਿੰਘ ਜੀ ਅਤੇ ਲਖਵਿੰਦਰ ਸਿੰਘ ਜੀ ਜਲਦ ਹੀ ਪੱਕੀ ਰਿਹਾਈ 'ਤੇ ਬਾਹਰ ਆ ਜਾਣਗੇ। ਉਸ ਤੋਂ ਬਾਅਦ ਤੁਸੀਂ ਦਵਿੰਦਰ ਭੁੱਲਰ ਦੀ ਦੇਖ ਲਈ ਜੀ, ਉਹ 8 ਹਫ਼ਤਿਆਂ ਲਈ ਆ ਚੁੱਕੇ ਨੇ, ਬਾਹਰ ਆ ਚੁੱਕੇ ਨੇ। ਔਰ ਮੀਨ ਟਾਈਮ ਸਾਨੂੰ ਇਹ ਵੀ ਹੈ ਕਿ ਉਹ ਵੀ ਪੱਕੀ ਰਿਹਾਈ 'ਤੇ ਬਾਹਰ ਆ ਜਾਣਗੇ, ਪੱਕੇ ਰਿਲੀਜ਼ ਹੋ ਜਾਣਗੇ। ਆਪਾਂ ਗੁਰਦੀਪ ਸਿੰਘ ਖਹਿੜਾ ਦੀ ਗੱਲ ਕਰ ਲਈਏ, ਉਹ ਵੀ ਮੀਨ ਟਾਈਮ ਇਹਨਾਂ ਦੇ ਵਿੱਚ ਹੀ ਸ਼ਾਇਦ ਉਹ ਵੀ ਬਾਹਰ ਪੱਕੀ ਰਿਹਾਈ 'ਤੇ ਬਾਹਰ ਆ ਜਾਣਗੇ, ਉਹ ਆਲਰੇਡੀ ਔਨ ਬੇਲ ਨੇ, ਉਹ ਪਰੋਲ ਨੇ ਸੌਰੀ। ਸੋ ਇਸ ਕਰਕੇ ਜਿਹੜਾ ਜਿੱਥੋਂ ਦਾ ਮਕਸਦ ਸੀਗਾ, ਔਰ ਜੋ ਜਥੇਦਾਰ ਸਾਹਿਬ ਨੇ ਬਾਕੀ ਜਿਹੜੀ ਸਭ ਤੋਂ ਵੱਡੀ ਸਾਨੂੰ ਗੱਲ ਜਦੋਂ ਇਹ ਮੋਰਚਾ ਲਾਇਆ, ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਡਿਮਾਂਡ ਸੀਗੀ, ਇੱਕ ਜਿਹੜੇ ਬੇਅਦਬੀ ਦਾ ਇਨਸਾਫ ਔਰ ਜਿਹੜਾ ਸਖਤ ਤੋਂ ਸਖਤ ਕਾਨੂੰਨ ਬਣਾਉਣ ਵਾਲੀ ਜਿਹੜੀ ਗੱਲ ਕਰਦੇ ਸੀ ਹਮੇਸ਼ਾ ਸਾਡੇ ਨਾਲ, ਅਸੀਂ ਉਹਦੇ ਬਾਰੇ ਵੀ ਗੱਲ ਕਰ ਰਹੇ ਹਾਂ। ਔਰ ਸਰਕਾਰਾਂ ਸਾਨੂੰ ਪਿੱਛੇ ਜੇ ਉਹਨਾਂ ਨੇ ਯਕੀਨ ਦਿਵਾਇਆ ਕਿ ਅਸੀਂ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਟਾਈਮ ਦੇ ਵਿੱਚ ਅਸੀਂ ਤੁਹਾਨੂੰ ਜਲਦ ਤੋਂ ਜਲਦ ਜਿਹੜਾ ਕਾਨੂੰਨ ਬਣਨਾ ਹੈ ਉਹਦੇ 'ਚ ਉਹਨੂੰ ਜਲਦੀ ਲੈ ਕੇ ਆਵਾਂਗੇ। ਔਰ ਇਹ ਵੀ ਇੱਕ ਸਖਤ ਕਾਨੂੰਨ ਬਣਾਇਆ ਜਾਊ ਤਾਂ ਕਿ ਲੋਕੀ ਇਸ ਚੀਜ਼ ਤੋਂ ਜਿਹੜੇ ਸ਼ਰਾਰਤੀ ਨੇ, ਜਿਹੜੇ ਇਹ ਚੀਜ਼ ਨੂੰ ਕਰਦੇ ਡਰਦੇ ਨਹੀਂ ਗੇ, ਕੋਈ ਡਰ ਉਹਨਾਂ ਦੇ ਦਿਮਾਗ 'ਚ ਇਸ ਕਰਕੇ ਨਹੀਂ ਗਾ। 295 'ਚ ਸਜ਼ਾ ਸਾਰੀ 2 ਸਾਲ ਦੀ ਹੈ, ਉਹ 2 ਤੋਂ 3 ਸਾਲ ਦੀ ਹੁੰਦੀ ਹੈ। ਉਹ ਅਜੇ ਬੇਲ ਜਿਹੜਾ ਕੰਪਲੇਨਰ ਹੁੰਦਾ ਉਹ ਘਰੇ ਨਹੀਂ ਪਹੁੰਚਦਾ, ਔਰ ਜਿਹੜਾ ਦੋਸ਼ੀ ਹੁੰਦਾ ਉਸ ਤੋਂ ਪਹਿਲਾਂ ਘਰੇ ਪਹੁੰਚ ਜਾਂਦਾ। ਸੋ ਇਸ ਕਰਕੇ ਜਦੋਂ ਡਰ ਹੋਊਗਾ ਤਾਂ ਉਹਨੂੰ ਇਸ ਚੀਜ਼ ਦਾ ਡਰ ਪਊਗਾ ਕਿ ਜੇ ਮੈਂ ਕੁਛ ਵੀ ਕਿਸੇ ਵੀ ਗ੍ਰੰਥ ਨਾਲ ਜੇ ਕੋਈ ਬੇਅਦਬੀ ਕਰਦਾ ਤੇ ਮੈਨੂੰ ਉਮਰ ਕੈਦ ਹੋ ਜੂ ਜਾਂ ਮੈਨੂੰ ਫਾਂਸੀ ਸਜ਼ਾ ਹੋਊ, ਤਾਂ ਉਹਨੂੰ ਇੱਕ ਡਰ ਹੋਊਗਾ ਜੀ। ਉਸ ਤੋਂ ਪਹਿਲਾਂ ਡਰ ਨਾਮ ਦੀ ਚੀਜ਼ ਹੈ ਨਹੀਂ ਗੀ। ਕੁਛ ਪੈਸਿਆਂ ਦੇ ਲਾਲਚ ਪਿੱਛੇ ਜਾਂ ਕੁਛ ਆਪਸ 'ਚ ਜਿਹੜੀਆਂ ਆਪਾਂ ਕਹਿ ਦਈਏ ਕਿ ਸ਼ਰਾਰਤੀਆਂ ਨੇ, ਜਿਹੜੀਆਂ ਆਪਸ 'ਚ
ਲੜਾਈਆਂ ਪਾਉਣ ਵਾਸਤੇ, ਜਿਹੜੇ ਧਰਮ ਦੀ ਲੜਾਈ ਜਿਵੇਂ ਹਿੰਦੂ ਸਿੱਖ ਦੀ ਲੜਾਈ ਜਾਂ ਮੁਸਲਮਾਨ ਦੀ ਲੜਾਈ ਪਾਉਣ ਵਾਸਤੇ ਗੱਲਾਂ ਕਰਦੇ ਨੇ, ਇਹ ਉਹਨਾਂ ਦੇ ਕੰਨਾਂ ਵੱਲ ਵੀ ਹੋਊਗੀ ਇੱਕ ਕਿ ਯਾਰ ਕੋਈ ਬੰਦਾ ਜਲਦੀ ਉਹਨਾਂ ਦਾ ਹੱਥ ਨਹੀਂ ਫੜਿਆ ਕਰੂਗਾ। ਜੀ ਅੱਛਾ ਭਾਜੀ, ਜੇ ਗੱਲ ਕਰ ਲਈਏ ਜਿਹੜਾ ਇਸ ਟਾਈਮ ਦੇਸ਼ ਦਾ ਮਾਹੌਲ ਆ, ਇੰਟਰਨੈਸ਼ਨਲ ਮਾਹੌਲ ਬਣਿਆ ਹੋਇਆ ਵਾ, ਕੌਮੀ ਇਨਸਾਫ ਮੋਰਚਾ ਕਿਸ ਨਿਗਾਹ ਨਾਲ ਉਸ ਚੀਜ਼ ਨੂੰ ਦੇਖਦਾ ਕਿ ਜਿਸ ਤਰ੍ਹਾਂ ਕੈਨੇਡਾ ਤੇ ਇੰਡੀਆ ਦਾ ਡਿਸਪਿਊਟ ਚੱਲ ਰਿਹਾ, ਹਾਲਾਂਕਿ ਤੁਸੀਂ ਸਿੱਖ ਹੋ ਸਾਰੇ, ਅਸੀਂ ਸਿੱਖ ਹਾਂ, ਤੇ ਇੱਕ ਸਿੱਖ ਦਾ ਉੱਥੇ ਕਤਲ ਹੁੰਦਾ ਆ, ਉਹਨੂੰ ਸਿੱਖ ਅੱਤਵਾਦੀ ਕਿਹਾ ਜਾਂਦਾ ਆ, ਤੇ ਬਾਅਦ ਵਿੱਚ ਉਹ ਮਸਲਾ ਉੱਭਰ ਜਾਂਦਾ ਆ, ਕੈਨੇਡਾ ਵੱਲੋਂ ਇਲਜ਼ਾਮ ਲਾਏ ਜਾਂਦੇ ਭਾਰਤ ਉੱਤੇ, ਤੇ ਕੌਮੀ ਇਨਸਾਫ ਮੋਰਚਾ ਜਿਹੜਾ ਲਗਾਤਾਰ ਇੱਥੇ ਬਹਿ ਕੇ ਸੰਘਰਸ਼ ਕਰ ਰਿਹਾ, ਉਹ ਕਿਸ ਅੱਖ ਦੇ ਨਾਲ ਇਸ ਮਸਲੇ ਨੂੰ ਦੇਖ ਰਿਹਾ? ਆਖਰੀ ਸਵਾਲ ਆ ਭਾਜੀ ਮੇਰਾ ਕਿ ਰਸਤਾ ਖੁੱਲ੍ਹੇ ਨੂੰ ਕਾਫੀ ਦਿਨ ਹੋ ਗਏ ਆ, ਤੇ ਕੀ ਹੁਣ ਤੱਕ ਇਫੈਕਟ ਲੱਗਦਾ ਆ, ਕੀ ਪੋਜ਼ਿਟਿਵ ਜਾਂ ਕੀ ਨੈਗੇਟਿਵ ਲੱਗਦਾ ਆ ਇਹਦਾ ਮੋਰਚੇ ਦੇ ਉੱਤੇ? ਦੇਖੋ, ਜਦੋਂ ਮੋਰਚਾ ਲੱਗਾ ਸੀਗਾ, ਜਥੇਦਾਰ ਸਾਹਿਬ ਨਾਲ ਸਾਡੀ ਗੱਲਬਾਤ ਹੋਈ, ਅਸੀਂ ਬਹੁਤ ਮੀਟਿੰਗਸ ਕੀਤੀਆਂ ਉਹਨਾਂ ਨਾਲ। ਮੀਟਿੰਗਸ ਕਰਨ ਤੋਂ ਬਾਅਦ ਜਦੋਂ ਸਾਰੀਆਂ ਗੱਲਾਂ ਹੋਈਆਂ ਤਾਂ ਜਥੇਦਾਰ ਸਾਹਿਬ ਨੇ ਸਾਨੂੰ ਸਭ ਤੋਂ ਪਹਿਲਾਂ ਇੱਕ ਚੀਜ਼ ਪੁੱਛੀ ਸਾਡੇ ਤੋਂ, ਔਰ ਸਾਨੂੰ ਇਹ ਚੀਜ਼ ਸਾਡੇ ਤੋਂ ਵਿਸ਼ਵਾਸ ਵੀ ਲਿਆ ਕਿ ਤੁਸੀਂ ਉੱਥੇ ਨਾ ਤਾਂ ਕਿਸੇ ਸਿੱਖ ਦੀ, ਨਾ ਕਿਸੇ ਨੌਜਵਾਨ ਦੀ, ਨਾ ਕਿਸੇ ਧੀ ਦੀ, ਨਾ ਕਿਸੇ ਬਜ਼ੁਰਗ ਦੀ, ਨਾ ਤਾਂ ਅਰੈਸਟ ਹੋ ਪਾਊਗੀ, ਨਾ ਤੁਸੀਂ ਉਹਨਾਂ ਨੂੰ ਕੋਈ ਐਸੇ ਕਲੇਸ਼ ਦੇ ਵਿੱਚ ਜਾਂ ਆਪਾਂ ਕਲੈਸ਼ ਦੇ ਵਿੱਚ ਲੈ ਕੇ ਆਓਗੇ ਜਿੱਥੇ ਕੋਈ ਵੀ ਤਰ੍ਹਾਂ ਦਾ ਨੁਕਸਾਨ ਹੋਵੇ। ਮੈਨੂੰ ਕਹਿੰਦੇ ਕਿ ਮੈਂ ਅੰਦਰ ਰਹਿਣਾ ਹੋਰ ਪਸੰਦ ਕਰ ਲੂੰਗਾ ਸਾਰੀ ਉਮਰ, ਮੇਰੇ ਕਰਕੇ ਇਹ ਨਹੀਂ ਹੋਣਾ ਚਾਹੀਦਾ ਕਿ ਮੇਰੇ ਕਰਕੇ ਕਿਸੇ ਦੇ ਘਰੇ ਕੁਝ ਵੀ ਐਸਾ ਹੋ ਜੇ ਜਿਹਦਾ ਮੈਂ ਦੇਣ ਹੀ ਨਾ ਦੇ ਸਕਾਂ। ਸੋ ਐਸ ਕਰਕੇ ਅਸੀਂ ਉਹਨਾਂ ਗੱਲਾਂ ਨੂੰ ਖਿਆਲ ਰੱਖਦੇ ਹੋਏ ਜਦੋਂ ਇਹ ਗੱਲਾਂ ਆਈਆਂ ਸਾਡੇ ਸਾਹਮਣੇ, ਇਹ ਗੱਲ ਆਈ ਜਦੋਂ ਹਾਈ ਕੋਰਟ ਨੇ ਇਹ ਆਰਡਰ ਸਖਤੀ ਨਾਲ ਆਰਡਰ ਕਰ ਦਿੱਤੇ ਗਏ ਕਿ ਤੁਸੀਂ ਜਾਂ ਤਾਂ ਰਾਹ ਖਿਲਾ ਦਿੱਤਾ ਜਾਵੇ, ਨਹੀਂ ਤਾਂ ਇਹ ਮੋਰਚਾ ਚੁਕਾ ਦਿੱਤਾ ਜਾਊਗਾ। ਇੱਥੋਂ ਤੱਕ ਕਿ ਯੂਟੀ ਔਰ ਪੰਜਾਬ ਦੀ ਜਿਹੜੇ ਏਜੀ ਨੇ ਉਹਨਾਂ ਨੇ ਇਹ ਗੱਲ ਕੀਤੀ ਕਿ ਰਸਤਾ ਖੁੱਲ੍ਹਣ ਨਾਲ ਨਾ ਖੁੱਲ੍ਹਣ ਨਾਲ ਸਾਨੂੰ ਕੋਈ ਦਿੱਕਤ ਨਹੀਂ ਹੈਗੀ, ਸਾਈਡ ਤੋਂ ਸਾਡੇ ਜਿਹੜਾ ਟ੍ਰੈਫਿਕ ਆ ਉਹ ਚੱਲ ਰਿਹਾ, ਪਰ ਜੱਜ ਸਾਹਿਬ ਇੱਥੋਂ ਤੱਕ ਅੜੇ ਪਏ ਸੀਗੇ ਕਿ ਮੈਨੂੰ ਰਾਹ ਖੁੱਲ੍ਹਣਾ ਚਾਹੀਦਾ। ਸੋ ਐਸ ਕਰਕੇ ਪ੍ਰਸ਼ਾਸਨ ਨਾਲ ਇਹ ਗੱਲ ਹੋਈ ਕਿ ਇੱਕ ਰਾਹ ਖੋਲ੍ਹ ਦਿੱਤਾ ਜਾਊਗਾ ਔਰ ਉਹਦੇ ਨਾਲ ਤੁਸੀਂ ਇਹਦੇ ਵਿੱਚ ਆਵਾਜਾਈ ਜਿਹੜੀ ਚੱਲ ਪਊਗੀ। ਇਨ ਕੇਸ ਜੇ ਅਸੀਂ ਵੀ ਅੜ ਜਾਂਦੇ ਕਿ ਰਸਤਾ ਨਹੀਂ ਖੁੱਲ੍ਹਣ ਦੇਣਾ, ਕਿਤੇ ਨਾ ਕਿਤੇ ਉਹ ਕਲੈਸ਼ ਹੋਣਾ ਸੀਗਾ, ਉਹਨਾਂ ਨੇ ਫੋਰਸ ਸੱਦਣੀ ਸੀਗੀ। ਔਰ ਇਹ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਹਾਈ ਕੋਰਟ ਦੇ ਜੱਜਿਸ ਨੇ ਇਹ ਫੈਸਲਾ ਲੈ ਚੁੱਕੇ ਸੀ, ਜੇ ਇੱਥੋਂ ਦੀ ਜਿਹੜੀ ਫੋਰਸ ਹੈ ਉਹ ਸਟੈਪ ਨਹੀਂ ਲੈਂਦੀ ਤਾਂ ਮੈਂ ਸੈਂਟਰ ਤੋਂ ਕਾਲ ਕਰ ਲੈਂਦਾ। ਜੇ ਕਿਤੇ ਨਾ ਕਿਤੇ ਉਹਨਾਂ ਨੇ ਸੈਂਟਰ ਤੋਂ ਕਾਲ ਕਰ ਲੈਂਦੇ ਔਰ ਜੇ ਅਸੀਂ ਰਸਤਾ ਨਾ ਖੋਲ੍ਹਣ ਵਾਸਤੇ ਅੜ ਜਾਂਦੇ, ਕਿਤੇ ਨਾ ਕਿਤੇ ਕਲੈਸ਼ ਹੁੰਦਾ ਸੀਗਾ। ਉੱਥੋਂ ਦੀ ਸੈਨਾ ਜਾਂ ਮੰਨ ਲਓ ਕਿ ਹੋਰ ਸਟੇਟ ਦੀ ਸੈਨਾ ਆਉਂਦੀ, ਉਹਨਾਂ ਨੂੰ ਨਹੀਂ ਪਤਾ ਸੀਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹਨਾਂ ਦੇ ਲਈ ਕੀ ਕੁਛ ਆ। ਇੱਥੋਂ ਜਾਂ ਕੁਛ ਐਸਾ ਇੰਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਕੋਈ ਨਾ ਕੋਈ ਲਾਸ ਹੋ ਜਾਂਦਾ, ਅਸੀਂ ਨਾ ਤਾਂ ਜਥੇਦਾਰ ਸਾਹਿਬ ਨੂੰ ਸ਼ਕਲ ਮੂੰਹ ਦਿਖਾਉਣ ਦੇ ਲਾਇਕ ਰਹਿਣਾ ਸੀਗਾ ਔਰ ਨਾ ਉਹਨਾਂ ਪਰਿਵਾਰਾਂ ਨੂੰ ਰਹਿ ਜਾਣਾ ਸੀਗਾ। ਜਿਹੜੇ ਪਰਿਵਾਰਾਂ ਨੇ ਆਪਦੇ ਬੱਚੇ ਸਾਡੇ ਲਈ ਇੱਥੇ ਭੇਜੇ ਨੇ, ਉਹ ਜਥੇਦਾਰ ਲਈ ਭੇਜੇ ਨੇ, ਜਿਨ੍ਹਾਂ ਦੇ ਯਕੀਨ ਕਰਕੇ ਉਹਨਾਂ ਨੇ ਇੱਥੋਂ ਤੱਕ ਭੇਜੇ ਨੇ ਕਿ ਇਹ ਲੋਕ ਬੈਠੇ ਨੇ ਸਾਡੇ ਬੱਚਿਆਂ ਨੂੰ ਸੇਫ ਰੱਖਣਗੇ ਔਰ ਸੇਫ ਹੱਸਦੇ ਵਸਦੇ ਘਰੇ ਭੇਜਣਗੇ। ਇੱਥੇ ਕੋਈ ਵੀ ਇਨਸੀਡੈਂਟ ਹੋ ਜਾਂਦਾ ਉਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸੋ ਅਸੀਂ ਇਸੇ ਕਰਕੇ ਉਹ ਰਸਤੇ ਜਿਹੜੇ ਸਟੈਪ ਲਏ ਨੇ ਉਹ ਸਾਰੀ ਤਾਲਮੇਲ ਕਮੇਟੀ ਨੇ ਸੋਚ ਕੇ ਸਮਝ ਕੇ ਯਕੀਨ ਇੱਕ ਦੂਜੇ ਤੇ ਕਰਕੇ ਔਰ ਉਸ ਤੋਂ ਬਾਅਦ ਇਹ ਸਟੈਪ ਲਏ ਗਏ। ਭਾਜੀ ਮੈਂ ਵੈਸੇ ਮਾਫ ਕਰਨਾ ਕਿ ਸਵਾਲ ਵੈਸੇ ਮੇਰਾ ਇਹ ਸੀਗਾ ਕਿ 19 ਦਿਨ ਹੋ ਗਿਆ ਖੁੱਲ੍ਹੇ ਨੂੰ, ਵੀ ਉਹਦਾ ਹੁਣ ਤੱਕ ਫਾਇਦਾ ਜਾਂ ਨੁਕਸਾਨ ਕੀ ਲੱਗ ਰਿਹਾ? ਫਾਇਦਾ ਕਿੰਨਾ ਕੁ ਹੋ ਰਿਹਾ ਆ, ਨੁਕਸਾਨ ਕਿੰਨਾ ਕੁ? ਦੇਖੋ, ਫਾਇਦਾ ਹੀ ਇਹ ਜ਼ਿਆਦਾ ਹੋ ਰਿਹਾ ਹੈ ਕਿ ਇੱਕ ਤਾਂ ਜਦੋਂ ਆਪਾਂ ਕਹਿ ਦਈਏ ਕਿ ਇਸ ਇੱਧਰੋਂ ਵੀ ਰਸਤਾ ਬੰਦ ਸੀਗਾ, ਪਿੱਛੋਂ ਵੀ ਰਸਤਾ ਬੰਦ ਹੋ ਜਾਂਦਾ, ਜਿਹੜੀ ਆਵਾਜਾਈ ਸੀਗੀ ਉਹ ਬੰਦ ਸੀਗੀ ਔਰ ਲੋਕਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਸੀ ਇੱਥੇ ਕੀ ਹੋਇਆ। ਤੁਸੀਂ ਇਸ ਤੋਂ ਪਹਿਲਾਂ ਐਗਜ਼ਾਮਪਲ ਲੈ ਲਈਏ, ਆਪਾਂ ਜਿਵੇਂ ਦਿੱਲੀ ਮੋਰਚੇ ਦੀ ਗੱਲ ਕਰਦੇ ਹਾਂ, ਦਿੱਲੀ ਮੋਰਚੇ ਦੇ ਵਿੱਚ ਵੀ ਰਸਤਾ ਜਾਂਦਾ ਸੀਗਾ, ਲੋਕ ਲੰਘਦੇ ਸੀ ਨਾ, ਕਿ ਲੋਕ ਉੱਥੋਂ ਕ੍ਰਾਸ ਹੁੰਦੇ ਸੀ, ਲੋਕਾਂ ਨੂੰ ਪਤਾ ਲੱਗਦਾ ਹੁੰਦਾ ਸੀਗਾ ਕਿ ਇੱਥੇ ਮੋਰਚਾ ਲੱਗਾ ਔਰ ਕੁਛ ਲੋਕ ਰੋਕ ਕੇ ਉੱਥੇ ਖੜ੍ਹਦੇ ਹੁੰਦੇ, ਭਾਈ ਤੁਸੀਂ ਬੈਠੇ ਕਿਉਂ ਇੱਥੇ, ਗੱਲਬਾਤ ਕਰਦੇ ਸੀ, ਉਹਨਾਂ ਨੂੰ ਪਤਾ ਲੱਗਦਾ ਸੀ। ਉੱਥੋਂ ਉਹ ਜਾ ਕੇ ਘਰਾਂ 'ਚ ਗੱਲ ਕਰਦੇ ਸੀਗੇ, ਘਰਾਂ ਤੋਂ ਲੋਕ ਫਿਰ ਉੱਠ ਕੇ ਵਾਪਸ ਆਉਂਦੇ ਸੀ। ਇਸ ਕਰਕੇ ਉੱਥੇ ਗਿਣਤੀ ਜਿਹੜੀ ਕਹਿ ਦਈਏ ਆਪਾਂ ਦਿਨੋਂ ਬਰ ਦਿਨ ਵੱਧਦੀ ਜਾਂਦੀ ਸੀ। ਇੱਥੇ ਵੀ ਲੋਕ ਅੱਜ ਹੁਣ ਜਦੋਂ ਦਾ ਰਸਤਾ ਖੁੱਲ੍ਹਿਆ ਲੋਕ ਲੰਘ ਰਹੇ ਨੇ, ਇੱਥੋਂ ਤੱਕ ਕਿ ਜੇ ਕੋਈ ਗੱਲਬਾਤ ਹੁੰਦੀ ਹੈ ਜਾਂ ਉੱਥੇ ਕੋਈ ਸਪੀਚ ਹੋ ਰਹੀ ਹੁੰਦੀ ਆ ਜਾਂ ਕੋਈ ਇੰਟਰਵਿਊ ਹੁੰਦਾ ਕੋਈ ਰੋਡ ਦੇ ਸਾਈਡ 'ਤੇ, ਤਾਂ ਲੋਕ ਰੋਕਦੇ ਨੇ, ਉੱਥੇ ਰੋਕ ਕੇ ਗੱਲ ਪੁੱਛਦੇ ਨੇ। ਜਾਂ ਵੈਸੇ ਸ਼ਾਮ ਨੂੰ ਲੋਕ ਜੋ ਦੇਖ ਕੇ ਜਾਂਦੇ ਆ, ਜਿਹੜੇ ਆਸ-ਪਾਸ ਦੇ ਸੈਕਟਰਾਂ ਦੇ ਲੋਕ ਨੇ, ਇਹ ਵਾਪਸ ਆਉਂਦੇ ਆ ਸ਼ਾਮ ਨੂੰ, ਆਣ ਕੇ ਮੱਥਾ ਟੇਕਦੇ ਆ ਜਾਂ ਆਣ ਕੇ ਗੱਲਬਾਤ ਕਰਦੇ ਆ। ਸੋ ਇਹਦਾ ਨੈਗੇਟਿਵ ਇਫੈਕਟ ਕੋਈ ਨਹੀਂ, ਇੰਨਾ ਜ਼ਿਆਦਾ ਕੋਈ ਨਹੀਂ ਪੈ ਰਿਹਾ। ਪੋਜ਼ਿਟਿਵਿਟੀ ਆ ਉਹ ਸਾਨੂੰ ਕਿਵੇਂ ਅਸੀਂ ਕਨਵਰਟ ਕਿਵੇਂ ਕਰਨੀ ਆ, ਜੇ ਉਹ ਸਾਡੇ ਵੀ ਹੱਥ 'ਚ ਆ, ਸਾਡਾ ਵੀ ਸਾਥ ਦੇਣਾ, ਅਸੀਂ ਲੋਕਾਂ ਨਾਲ ਕਿਵੇਂ ਮਤਲਬ ਆਪਾਂ ਕਹਿ ਦਈਏ ਕਿ ਗੱਲਬਾਤ ਕਿਵੇਂ ਕਰਨੀ ਔਰ ਨਾਲ ਆਪਾਂ ਲਿੰਕ ਕਿਵੇਂ ਕਰਨਾ, ਕ੍ਰੀਏਟ ਕਿਵੇਂ ਕਰਨਾ। ਸੋ ਸਾਡਾ ਵੀ, ਅਸੀਂ ਵੀ ਜੇ ਪੋਜ਼ਿਟਿਵ ਰਹਾਂਗੇ ਤਾਂ ਲੋਕ ਵੀ ਸਾਡੇ ਨਾਲ ਪੋਜ਼ਿਟਿਵ ਰਹਿਣਗੇ ਔਰ ਲੋਕ ਜ਼ਰੂਰ ਦਿਨ ਪਰ ਦਿਨ ਗਿਣਤੀ ਇੱਥੇ ਵਧੂਗੀ। ਜੀ ਬਾਈ, ਬਹੁਤ ਬਹੁਤ ਧੰਨਵਾਦ ਜੀ। ਸੋ ਸਾਡੇ ਨਾਲ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਜੀ ਮੌਜੂਦ ਸੀਗੇ। ਤਮਾਮ
ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਇਹਨਾਂ ਨਾਲ ਕੀਤੀਆਂ, ਇੰਟਰਨੈਸ਼ਨਲ ਮੁੱਦਾ ਵੀ ਲਿਆ, ਨਾਲ ਕੌਮੀ ਇਨਸਾਫ ਮੋਰਚੇ ਦੇ ਬਾਬਤ ਵੀ ਗੱਲਬਾਤ ਕੀਤੀ। ਸੋ ਇਹਨਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ 27 ਤਰੀਕ ਨੂੰ ਵੱਡਾ ਇਕੱਠ, ਇੱਕ ਵੱਡਾ ਮਾਰਚ ਜਿਹੜਾ ਆ ਉਹ ਆਨੰਦਪੁਰ ਸਾਹਿਬ ਤੋਂ ਕੌਮੀ ਇਨਸਾਫ ਮੋਰਚੇ ਤੱਕ ਕੱਢਿਆ ਜਾ ਰਿਹਾ, ਜਿਹਦੇ ਵਿੱਚ ਸਿੱਖ ਮੰਗਾਂ ਨੂੰ ਲੈ ਕੇ, ਸਿੱਖ ਮਰਿਆਦਾਵਾਂ ਨੂੰ ਲੈ ਕੇ ਜਿਹੜੇ ਇੱਕ ਤਰ੍ਹਾਂ ਦਾ ਪ੍ਰਚਾਰ ਵੀ ਕੀਤਾ ਜਾਏਗਾ ਤੇ ਲੋਕਾਂ ਨੂੰ ਜਾਣੂ ਵੀ ਕਰਾਇਆ ਜਾਵੇਗਾ। ਸੋ ਅਜਿਹੀਆਂ ਹੋਰ ਵੀਡੀਓਜ਼ ਲਈ ਦੇਖਦੇ ਰਹੋ ਸਮਰੱਥ ਆਵਾਜ਼।